कि ये सरकार तो सानू ये भी आस नहीं सी कि ਜਿਹੜੇ ਸਾਡੇ बनाए हुए प्रोजेक्ट ने उन्हें संभालेंगे भी नहीं ये। चाहे असी रोड बनाइया, चाहे असी पुल बनाए, चाहे सेवा केंद्र बनाए, जो भी असी पंजाब की धरती पर जो कुछ किया, इन्होंने नवी चीज़ तो बनानी की सी, उन्हें संभालिया तक नहीं। सो मौजूदा जी सरकार आ जे पानी की सिस्टम की गल करिए, पानी की बुरी हालत, टोबियां की गल करिए, टोबियां की बुरी हालत, कोई भी किसी तक कोई कहन भी असी इतने कुछ किया सवाए इन्हों के जिले कांग के वर्कर ने लोगों का तशद्दद कर रहे हैं, लड़ाइयाँ झगड़े कर रहे हैं, डरा धमका रहे हैं। एक आ जाता उत्तर दिल्ली का ठग केजरीवाल, यार एडियां वड्डियां ठगियां दिल्ली तो संभाली नहीं जाती, आगे इतने नवे शोशे छड़ जाता। लेकिन हम पंजाब के लोग मन बना चुके हैं कि अकाली दल BSP ही पंजाब का भला कर सकती है, इन्होंने लोगों तो कोई होर पार्टी को आस ही नहीं कर सकती। ਸਤਿ ਸ਼੍ਰੀ ਅਕਾਲ ਪੰਜਾਬ ਹੈਡਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਮੈਂ ਨਰੇਸ਼ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਹਲਕਾ ਸਾਹਨੇਵਾਲ ਦੇ MLA ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਜੀ ਨਾਲ ਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਰ ਤਾਂ ਸਭ ਤੋਂ ਪਹਿਲਾਂ ਤਾਂ ਸਾਡਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ ਆਇਆਂ। ਸਰ ਇੱਕ ਤੁਸੀਂ ਆਪਣੇ ਹਲਕੇ ਦੇ ਵਿਕਾਸ ਬਾਰੇ ਕੁਝ ਚਾਨਣ ਪਾਓ, ਕੀ ਵਿਕਾਸ। ਦੇਖੋ ਗੱਲ ਇਹ ਹੈ, ਇਸ ਮੌਕੇ ਤਾਂ ਸਾਡੀ ਸਰਕਾਰ ਹੈ ਨਹੀਂ। ਆਮ ਤੌਰ ਤੇ ਇੱਕ ਕਿ ਉਦਾਹਰਨ ਦਿੱਤੇ ਆ ਕਿ ਸਿੱਧਾ ਜਿਹਾ ਜੱਟ ਜਿਹਾ ਤਰੀਕੇ ਦੇ ਨਾਲ ਕਿ ਇਹ ਸਰਕਾਰ ਤੋਂ ਸਾਨੂੰ ਇਹ ਵੀ ਆਸ ਨਹੀਂ ਸੀ ਕਿ ਜਿਹੜੇ ਸਾਡੇ ਬਣਾਏ ਹੋਏ ਪ੍ਰੋਜੈਕਟ ਨੇ ਉਹਨੂੰ ਸੰਭਾਲਣਗੇ ਵੀ ਨਹੀਂ ਇਹ। ਚਾਹੇ ਅਸੀਂ ਰੋਡ ਬਣਾਈਆਂ, ਚਾਹੇ ਅਸੀਂ ਪੁਲ ਬਣਾਏ, ਚਾਹੇ ਸੇਵਾ ਕੇਂਦਰ ਬਣਾਏ, ਜੋ ਵੀ ਅਸੀਂ ਪੰਜਾਬ ਦੀ ਧਰਤੀ 'ਤੇ ਜੋ ਕੁਛ ਕੀਤਾ, ਇਹਨਾਂ ਨੇ ਨਵੀਂ ਚੀਜ਼ ਤਾਂ ਬਣਾਉਣੀ ਕੀ ਸੀ, ਉਹਨੂੰ ਸੰਭਾਲਿਆ ਤੱਕ ਨਹੀਂ ਸੀ। ਚਾਹੇ ਸੀਵਰੇਜ ਦਾ ਸਿਸਟਮ ਹੋਵੇ, ਆਮ ਤੌਰ 'ਤੇ ਪਿੰਡਾਂ 'ਚ ਲੋਕ ਆਮ ਤੌਰ 'ਤੇ ਕਹਿੰਦੇ ਨੇ ਜੇ ਕੁੜਤਾ ਪਜਾਮਾ ਕਿਸੇ ਨੇ ਸੰਭਾਲਿਆ, ਇਹਨਾਂ ਦੀ ਕਿ ਕੁੜਤਾ ਪਜਾਮਾ ਇੱਕ ਵਾਰੀ ਸੰਭਾਲਿਆ ਤੇ ਸਾਰੀ ਜ਼ਿੰਦਗੀ ਉੱਕਰ ਨਹੀਂ ਪਾਈ ਜਾਣਾ, ਉਹਨੂੰ ਧੋਣਾ ਤਾਂ ਪੈਣਾ, ਉਹਨੂੰ ਸਫਾਈ ਦਾ ਰੱਖਣੀ ਪਊਗੀ। ਜੇ ਅਸੀਂ ਰੋਡਸ ਬਣਾਤੀਆਂ, ਕਮ ਸੇ ਕਮ ਰੋਡ ਦਾ ਤੁਸੀਂ ਪੈਚ ਵਰਕ ਤਾਂ ਕਰ ਦਿਓ, ਤੁਸੀਂ ਨਵੀਂ ਤਾਂ ਕੀ ਬਣਾਓ ਅਤੇ ਲੁੱਕ ਦਾ ਕੀ ਪੈਚ ਵਰਕ ਤਾਂ ਕਰ ਦਿਓ, ਪੈਚ ਵਰਕ ਵੀ ਨਹੀਂ ਕੀਤਾ। ਸੀਵਰੇਜ ਸਿਸਟਮ ਅਸੀਂ ਲਿਆਂਦਾ, ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ ਹੋਇਆ ਪਿਆ। ਤੁਸੀਂ ਤੱਕ ਲਾਓ ਰਾਹੋਂ ਰੋਡ ਆ, ਰਾਹੋਂ ਰੋਡ ਆ 4 ਸਾਲ ਤੋਂ ਪਾਣੀ ਉੱਥੇ ਦੀ ਆਏ ਜਾਂਦਾ ਜਿਵੇਂ 10 ਹਾਰਸ ਪਾਵਰ ਦੀ ਮੋਟਰ ਚੱਲਦੀ। ਮੈਂ ਵਿਧਾਨ ਸਭਾ 'ਚ ਵੀ ਰੌਲਾ ਪਾ ਪਾ ਕੇ ਥੱਕ ਗਿਆ, ਕਿਸੇ ਨੇ ਕੋਈ ਵੀ ਮੇਰੀ ਸੁਣਵਾਈ ਨਹੀਂ ਕੀਤੀ, ਕੋਈ ਸੁਣਨ ਵਾਲਾ ਹੀ ਹੈ ਨਹੀਂ। ਆ ਸੀਵਰੇਜ ਆ ਢੰਡਾਰੀ ਦੇ ਵਿੱਚ, ਸੀਵਰੇਜ ਆ ਢੰਡਾਰੀ ਦੇ ਵਿੱਚ ਜਾ ਕੇ ਦੇਖੋ ਮੁਸ਼ਕ ਮਾਰਦਾ। ਅਸੀਂ ਸਾਡਾ ਉੱਥੇ ਮੁੰਡਾ ਟੋਨਾ ਕਾਉਂਸਲਰ ਹੈ, ਟੋਨਾ ਗਰਚਾ, ਉਹ ਬੜੀ ਵਾਰੀ ਧਰਨੇ ਵੀ ਦਿੱਤੇ, ਸਾਰਾ ਕੁਛ ਕਰ ਲਿਆ, ਕੋਈ ਸੀਵਰੇਜ ਨੂੰ ਉੱਥੇ ਦੇਖਣ ਵਾਲਾ ਵੀ ਹੈ ਨਹੀਂ। ਇੱਥੋਂ ਤੱਕ ਜਿਹੜੀ ਸੀਵਰੇਜ ਦੀ ਸਫਾਈ, ਅਸੀਂ ਸਫਾਈ ਮੰਗਦੇ ਹਾਂ, ਅਸੀਂ ਸਫਾਈ ਮੰਗਦੇ ਹਾਂ ਕਿ ਸਫਾਈ ਤਾਂ ਕਰ ਦਿਓ, ਸਫਾਈ ਵੀ ਨਹੀਂ ਕਰਦੇ। ਸੋ ਮੈਂ ਸਮਝਦਾ ਨਾ ਤਾਂ ਇਸ ਮੌਜੂਦਾ ਸਰਕਾਰ ਨੇ ਕੋਈ ਸਿਸਟਮ ਨੂੰ ਸੰਭਾਲਿਆ, ਨਾ ਕੋਈ ਕਿਸੇ ਕਿਸਮ ਦਾ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਂਦਾ। ਹੁਣ ਮੈਂ ਧਨਾਰਸੂ ਇੱਕ ਪ੍ਰੋਜੈਕਟ ਲੈ ਕੇ ਆਇਆ ਸੀ, ਇੰਡਸਟਰੀ ਦਾ ਪ੍ਰੋਜੈਕਟ। 4.5 ਸਾਲ ਹੋ ਗਏ ਸਰਕਾਰ ਗਈ ਨੂੰ, ਹਾਲੇ ਤੱਕ ਪ੍ਰੋਜੈਕਟ ਦੀ ਉੱਥੇ ਇਕੱਲੀ ਰੋਡ ਬਣੀ ਹੈ, ਜਦ ਕਿ ਅਸੀਂ ਉਸੇ ਮੌਕੇ ਰੋਡ ਦਾ ਟੈਂਡਰ ਲਾ ਗਏ ਸੀਗੇ। ਜੇ ਕਿਤੇ ਉੱਥੇ ਉਸੇ ਮੌਕੇ ਰਫਤਾਰ ਜਿਵੇਂ ਅਸੀਂ ਕੀਤਾ ਸੀਗਾ, ਬੜੀ ਵੱਡੀ ਇੰਡਸਟਰੀ ਲਾਈ ਹੁੰਦੀ, ਲੋਕਾਂ ਨੂੰ ਰੁਜ਼ਗਾਰ ਮਿਲਦਾ, ਲੋਕਾਂ ਨੂੰ ਰੁਜ਼ਗਾਰ ਮਿਲਦਾ, ਲਾਈ ਨਹੀਂ ਹੈ। ਸੋ ਇਹਨਾਂ ਦਾ ਇੰਟਰਸਟ ਹੀ ਨਹੀਂ ਹੈ। ਇਹਨਾਂ ਦਾ ਇੰਟਰਸਟ ਤਾਂ ਚਾਹੇ ਨਵਜੋਤ ਸਿੱਧੂ ਬੜੀਆਂ ਬੜੀਆਂ ਗੱਲਾਂ ਕਰਦਾ, ਚਾਹੇ ਦੂਜੇ ਨੇ, ਇਹਨਾਂ ਦਾ ਇੰਟਰਸਟ ਹੈ ਕੁਰਸੀ ਹਾਸਲ ਕਰਨਾ, ਕਿ ਸਾਨੂੰ ਕੁਰਸੀ ਮਿਲ ਜਾਵੇ। ਨਿਤ ਦਿੱਲੀ ਚਲੇ ਜਾਂਦੇ ਨੇ ਕੁਰਸੀ ਨੂੰ, ਕਿ ਸਾਡੇ ਕੋਲ ਕੁਰਸੀ ਨਾ ਹਿੱਲ ਜਾਵੇ, ਕੁਰਸੀ ਲੈਣ ਚਲੇ ਜਾਂਦੇ ਨੇ। ਇਹ ਤਾਂ ਪੰਜਾਬ ਦੇ ਲੋਕਾਂ ਦਾ ਭਲਾ ਤਾਂ ਕਰ ਸਕਣਗੇ ਜੇ ਕੁਰਸੀ ਦੀ ਲਾਲਸਾ ਖਤਮ ਹੋਊਗੀ। ਔਰ ਮੈਂ ਗੱਲ ਕਹਿਣੀ ਚਾਹੁੰਦਾ, ਕੁਰਸੀਆਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਮਨਾਂ 'ਚ ਕੁਰਸੀ ਦੀ ਲਾਲਸਾ ਨਾ ਹੋਵੇ। ਅਸੀਂ ਦਿਨ ਰਾਤ ਮਿਹਨਤ ਕੀਤੀ ਆਪਣੇ ਹਲਕੇ ਨੂੰ ਵਧੀਆ ਬਣਾਉਣ ਵਾਸਤੇ। ਜਿਵੇਂ ਮੈਂ ਸਾਡੇ ਸਾਹਨੇਵਾਲ ਦੇ ਲੋਕ ਤਰਸਦੇ ਸੀ ਤਹਿਸੀਲ ਨੂੰ, ਮੈਂ ਸਾਹਨੇਵਾਲ ਦੇ 'ਚ ਨਵੀਂ ਤਹਿਸੀਲ ਬਣਾਈ। ਮੈਂ ਸਾਹਨੇਵਾਲ ਦਾ ਨਵਾਂ ਪੁਲ ਜਿਹੜਾ ਬਹੁਤ ਸਾਰੇ ਪੰਜਾਬ 'ਚ ਮਸ਼ਹੂਰ ਸੀ, ਤਕਰੀਬਨ 12 ਘੰਟਿਆਂ ਦੇ ਵਿੱਚ 9 ਘੰਟੇ ਦਾ ਫਾਟਕ ਬੰਦ ਰਹਿੰਦਾ ਸੀ, ਖੁੱਲ੍ਹ ਗਿਆ ਬੰਦ, ਫਿਰ ਬੰਦ ਹੋ ਗਿਆ, ਖੁੱਲ੍ਹ ਗਿਆ, ਫਿਰ ਬੰਦ ਹੋ ਗਿਆ, ਬੰਦੇ ਰਹਿੰਦਾ ਸੀ ਕਿ ਮੇਨ ਲਾਈਨ ਸੀ ਉਹ। ਮੈਂ ਉਹ ਲੋਕਾਂ ਦੀ ਸਮੱਸਿਆ ਹੱਲ ਕੀਤੀ। ਟੌਪ 'ਤੇ ਮੈਂ ਪਾਰਕ ਬਣਾਏ ਤਾਂ ਕਿ ਜਿਹੜੇ ਵਿਚਾਰੇ ਬਜ਼ੁਰਗ ਨੇ, ਨੌਜਵਾਨ ਨੇ, ਉੱਥੇ ਆ ਕੇ ਸੈਰ ਕਰ ਸਕਣ। ਚਾਹੇ ਜਮਾਲਪੁਰ ਦੀ ਗੱਲ ਕਰੀਏ, ਚਾਹੇ ਮੈਂ ਸਾਹਨੇਵਾਲ ਦੀ ਗੱਲ ਕਰੀਏ, ਹੋਰ ਪਿੰਡਾਂ ਦੇ ਵਿੱਚ ਵੀ ਮੈਂ ਪਾਰਕ ਬਣਾਏ, ਲੇਕਿਨ ਇਹਨੇ ਉਦੋਂ ਬਾਅਦ ਸੰਭਾਲੇ ਹੀ ਨਹੀਂ ਹੈ, ਸੰਭਾਲੇ ਨਹੀਂ। ਅੱਜ ਪਾਰਕ ਵਿਚਾਰੇ ਬੜਾ ਉੱਚਾ ਉੱਚਾ ਘਾਹ ਉੱਥੇ ਉੱਗਿਆ ਹੋਇਆ, ਜੜੀ ਬੂਟੀਆਂ ਉੱਥੇ ਉੱਗੀਆਂ ਹੋਈਆਂ ਨੇ, ਕੋਈ ਸੰਭਾਲਣ ਵਾਲਾ ਨਹੀਂ ਹੈ। ਸੋ ਮੌਜੂਦਾ ਜਿਹੜੀ ਸਰਕਾਰ ਆ,
ਜੇ ਪਾਣੀ ਦੀ ਸਿਸਟਮ ਦੀ ਗੱਲ ਕਰੀਏ, ਪਾਣੀ ਦੀ ਬੁਰੀ ਹਾਲਤ, ਟੋਭਿਆਂ ਦੀ ਗੱਲ ਕਰੀਏ, ਟੋਭਿਆਂ ਦੀ ਬੁਰੀ ਹਾਲਤ। ਕੋਈ ਵੀ ਕਿਸੇ ਤੱਕ ਕੋਈ ਕਹਿਣ ਵੀ ਅਸੀਂ ਇੱਥੇ ਕੁਛ ਕੀਤਾ, ਸਿਵਾਏ ਇਹਨਾਂ ਦੇ ਜਿਹੜੇ ਕਾਂਗ ਦੇ ਵਰਕਰ ਨੇ ਲੋਕਾਂ ਨਾਲ ਤਸ਼ੱਦਦ ਕਰ ਰਹੇ ਨੇ, ਲੜਾਈਆਂ ਝਗੜੇ ਕਰ ਰਹੇ ਨੇ, ਡਰਾ ਧਮਕਾ ਰਹੇ ਨੇ। ਮੈਂ ਸਮਝਦਾ ਇੱਕ ਆ ਜਾਂਦਾ ਉੱਥੇ ਦਿੱਲੀ ਦਾ ਠੱਗ ਕੇਜਰੀਵਾਲ, ਉਹ ਆ ਕੇ ਹੁਣ ਦੇਖੋ ਕਿੱਡੀ ਵੱਡੀ ਇਹ ਗੱਲ ਹੈ। ਸਾਡੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1997 ਦੇ ਵਿੱਚ ਗਰੀਬ ਲੋਕਾਂ ਨੂੰ 200 ਯੂਨਿਟ ਵੀ ਨਹੀਂ ਦਿੱਤੀ, 200 ਯੂਨਿਟ ਵੀ ਨਹੀਂ ਦਿੱਤੀ। ਜੇ 200 ਯੂਨਿਟ ਤੋਂ ਉੱਪਰ 20 ਯੂਨਿਟਾਂ ਵੱਧ ਚੱਲ ਗਈਆਂ ਤਾਂ 20 ਯੂਨਿਟ ਦੇ ਪੈਸੇ ਲਗੇ ਜਾਂਦੇ ਨੇ ਪੰਜਾਬ 'ਚ। ਲੇਕਿਨ ਕੇਜਰੀਵਾਲ ਦਾ ਸ਼ਰਮਾ ਕਹਿ ਗਿਆ ਕਿ ਜੇ 200 ਯੂਨਿਟ ਤੋਂ ਵੱਧ 10 ਯੂਨਿਟ ਵੀ ਉੱਪਰ ਆ ਗਏ, 20 ਯੂਨਿਟ ਆ ਗਏ ਤਾਂ 320 ਦੇ ਹੀ ਪੈਸੇ ਲਵਾਂਗੇ ਅਸੀਂ, ਇਹਦੇ ਵੀ ਉੱਪਰਲੇ ਪੈਸੇ ਲੈਣੇ ਆ। ਯਾਰ ਐਡੀਆਂ ਵੱਡੀਆਂ ਠੱਗੀਆਂ ਦਿੱਲੀ ਤਾਂ ਸੰਭਾਲੀ ਨਹੀਂ ਜਾਂਦੀ, ਆ ਕੇ ਇੱਥੇ ਨਵੇਂ ਸ਼ੋਸ਼ੇ ਛੱਡ ਜਾਂਦਾ। ਸੋ ਮੈਂ ਸਮਝਦਾ ਕੋਈ ਕਿਸੇ ਕਿਸਮ ਦਾ ਇਹਨਾਂ ਦੇ ਲੋਕਾਂ ਦੇ ਮਨ 'ਚ ਵੀ ਹੁਣ ਆ ਗਿਆ ਕਿ ਅਕਾਲੀ ਦਲ ਦੀ ਸਰਕਾਰ ਪਰਖੀ ਹੋਈ ਸਰਕਾਰ, ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਲੇਕਿਨ ਹੁਣ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਨੇ ਕਿ ਅਕਾਲੀ ਦਲ BSP ਹੀ ਪੰਜਾਬ ਦਾ ਭਲਾ ਕਰ ਸਕਦੀ ਹੈ, ਇਹਨਾਂ ਲੋਕਾਂ ਤੋਂ ਕੋਈ ਹੋਰ ਪਾਰਟੀ ਤੋਂ ਆਸ ਨਹੀਂ ਰੱਖੀ ਜਾ ਸਕਦੀ। ਸਰ ਇੱਕ ਨਸ਼ੇ ਤੇ ਬੇਰੁਜ਼ਗਾਰੀ ਬਾਰੇ ਕੁਛ ਦੱਸੋ। ਨਸ਼ਾ ਦੇਖੋ, ਜਿਹੜੇ ਤੱਕ ਨਸ਼ੇ ਦੀ ਤਾਲੁਕ ਹੈ, ਜਿਸ ਸੂਬੇ ਦੇ ਨੌਜਵਾਨ ਨਸ਼ਿਆਂ 'ਤੇ ਲੱਗ ਜਾਣ ਉਹ ਸੂਬੇ ਦਾ ਰਹਿੰਦਾ ਕੱਖ ਨਹੀਂ। ਅਸੀਂ ਤਾਂ ਆਪਣੇ ਮੌਕੇ ਬੜੇ ਸਮਗਲਰ ਫੜੇ ਸੀ, ਇਹਨਾਂ ਨੇ ਇਸੇ ਕਰਕੇ ਹੀ ਸਾਡੇ 'ਤੇ ਐਲੀਗੇਸ਼ਨ ਲਵਾਏ ਤਾਂ ਕਿ ਬਾਕੀ ਹੋਰ ਸਮਗਲਰਾਂ ਨੂੰ ਹੱਥ ਨਾ ਪਾ ਸਕਣ। ਲੇਕਿਨ ਸਾਨੂੰ ਕੋਈ ਡਰ ਨਹੀਂ ਸੀ, ਅਸੀਂ ਫਿਰ ਵੀ ਫੜਦੇ ਰਹੇ। ਬੜੇ ਸਮਗਲਰ ਕੇਸ ਚੱਲਦੇ ਰਹੇ ਹਾਲੇ ਤੱਕ। ਜੇ ਉਸੇ ਰਫਤਾਰ ਦੇ ਨਾਲ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਦੇ ਰਹਿੰਦੇ, ਅੱਜ ਪੰਜਾਬ ਦੀ ਹਾਲਤ ਬਹੁਤ ਵਧੀਆ ਹੋਣੀ ਸੀ। ਜਿੱਥੇ ਤੱਕ ਨਸ਼ਾ ਦਾ ਉਹ ਤਾਂ ਇੱਕ ਪਾਸੇ ਰਿਹਾ, ਹੁਣ ਤਾਂ ਪਿੰਡਾਂ ਦੇ ਵਿੱਚ ਭੈੜੀ ਸ਼ਰਾਬ ਵਿਕ ਰਹੀ ਆ। ਜੇ ਕਿਸੇ ਨੂੰ 20 ਰੁਪਏ ਦੀ ਸ਼ਰਾਬ ਚਾਹੀਦੀ ਹੈ, 20 ਰੁਪਏ ਦੀ ਸ਼ਰਾਬ ਮਿਲ ਜਾਂਦੀ ਹੈ। ਜੇ 50 ਦੀ ਚਾਹੀਦਾ, 50 ਦੀ ਸ਼ਰਾਬ ਮਿਲ ਜਾਂਦੀ ਹੈ। ਜੀ 100 ਰੁਪਏ ਦੀ ਸ਼ਰਾਬ ਮਿਲ ਜਾਂਦੀ ਹੈ। ਜਿਹੋ ਜਿਹਾ ਪੈਸੇ ਦਊਂਗੇ ਉਹ ਜਿਹੀ ਉਹਨੂੰ ਸ਼ਰਾਬ ਮਿਲ ਜਾਂਦੀ ਹੈ। ਸ਼ਰਾਬ ਵੀ ਇੰਨੀ ਭੈੜੀ ਹੈ, ਜਿਹੜੇ ਬੰਦੇ 4-5 ਮਹੀਨੇ ਲਗਾਤਾਰ ਪੀ ਲਈ, ਉਹਦਾ ਕੋਈ ਨਾ ਕੋਈ ਚੀਜ਼ ਦਾ ਅੰਗ ਖਰਾਬ ਹੋ ਜਾਣਾ, ਚਾਹੇ ਗੁਰਦਾ ਫੇਲ ਹੋ ਜਾਵੇ, ਚਾਹੇ ਲਿਵਰ ਫੇਲ ਹੋ ਜਾਵੇ। ਸੋ ਇਸ ਕਿਸੇ ਦੇ ਤਾਂ ਨਸ਼ੇ ਆ ਗਏ ਜਿਹੜੇ ਕਿ ਇਹਨਾਂ ਦੇ ਕੰਟਰੋਲ ਸੀ, ਇਹ ਬੰਦ ਕਰ ਸਕਦੇ ਸੀ, ਇਹ ਬੰਦ ਨਹੀਂ ਕੀਤੇ। ਤੁਸੀਂ ਜੇ ਗੱਲ ਕਰਦੇ ਬੇਰੁਜ਼ਗਾਰੀ ਦੀ, ਕਿਹੜਾ ਇਹਨਾਂ ਨੇ ਰੁਜ਼ਗਾਰ ਦਿੱਤਾ? ਅੱਜ ਇਕੱਲੇ ਸੇਵਾ ਕੇਂਦਰ ਹੀ ਚਲਾ ਦਿੰਦੇ। ਜੇ ਸੇਵਾ ਕੇਂਦਰ ਚਲਾ ਦਿੰਦੇ, 1.5 ਲੱਖ ਨੌਜਵਾਨਾਂ ਤੋਂ ਸੇਵਾ ਕੇਂਦਰ ਤੋਂ ਰੁਜ਼ਗਾਰ ਮਿਲ ਜਾਣਾ ਸੀ। ਇੱਕ ਸੇਵਾ ਕੇਂਦਰ 5 ਬੰਦੇ ਰੱਖਣੇ ਸੀ, 5 ਬੰਦੇ। ਜੇ ਸੇਵਾ ਕੇਂਦਰ ਬੰਦ ਨਾ ਕਰਦੇ, ਉਹੀ ਵੱਡੀ ਗੱਲ ਸੀ। ਨਾਲ ਹੀ ਲੋਕਾਂ ਨੂੰ ਉੱਥੋਂ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੋਕਾਂ ਦੇ ਕੰਮ ਹੁੰਦੇ, ਉਹ ਵੀ ਬੰਦ ਕਰਕੇ ਰੱਖਦੇ। ਅਸੀਂ ਤਾਂ ਪੁਲਿਸ ਵੀ ਭਰਤੀ ਵੱਡੇ ਪੱਧਰ 'ਤੇ ਕੀਤੀ, ਅਸੀਂ ਐਜੂਕੇਸ਼ਨ ਦੇ ਮਹਿਕਮੇ ਵੱਡੀ ਭਰਤੀ ਕੀਤੀ, ਅਸੀਂ ਹੈਲਥ ਸਿਸਟਮ ਦੀ ਵੱਡੀ ਭਰਤੀ ਕੀਤੀ, ਸਾਰੇ ਜੋ ਵੀ ਮਹਿਕਮੇ ਸਾਰਿਆਂ 'ਚ ਭਰਤੀ ਕੀਤੀ। ਲੇਕਿਨ ਐਡਾ ਵੱਡਾ ਹੁਣ ਖਲਾਅ ਪੈ ਗਿਆ। ਇਹ ਤਾਂ ਆਉਣ ਵਾਲਾ 2022 ਦੀਆਂ ਚੋਣਾਂ ਤੋਂ ਬਾਅਦ ਇਹ ਖਲਾਅ ਅਸੀਂ ਪੂਰਾ ਕਰਾਂਗੇ। ਜਿੰਨੀਆਂ ਪੋਸਟਾਂ ਖਾਲੀ ਪਈਆਂ ਨੂੰ ਭਰਾਂਗੇ। ਸੋ ਕਾਂਗਰਸ ਸਰਕਾਰ ਨੇ, ਮੌਜੂਦਾ ਸਰਕਾਰ ਨੇ ਬਿਲਕੁਲ ਐਡੀ ਵੱਡੀ ਬੇਰੁਜ਼ਗਾਰੀ ਪੈਦਾ ਕਰਤੀ ਹੈ। ਸੜਕਾਂ ਦੇ ਧੱਕੇ ਖਾਂਦਾ ਫਿਰਦਾ ਪੰਜਾਬ ਦਾ ਨੌਜਵਾਨ। ਸਰ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਪੋਜ਼ਿਟਿਵ ਮੈਸੇਜ ਦੇਣਾ ਚਾਹੋਗੇ? ਮੈਂ ਬੇਨਤੀ ਕਰਾਂਗਾ ਪੰਜਾਬ ਦੇ ਨੌਜਵਾਨਾਂ ਨੂੰ, ਨੌਜਵਾਨੋ, ਚਾਹੇ ਕੇਜਰੀਵਾਲ ਆਉਂਦਾ ਹੈ ਉਹ ਸਾਨੂੰ ਨਸ਼ੇੜੀ ਦੱਸ ਜਾਂਦਾ, ਕਦੇ ਰਾਹੁਲ ਗਾਂਧੀ ਆਉਂਦਾ ਉਹ ਸਾਨੂੰ ਨਸ਼ੇੜੀ ਦੱਸ ਜਾਂਦਾ। ਨਸ਼ੇੜੀ ਸ਼ਬਦ ਬਹੁਤ ਮਾੜਾ। ਪੰਜਾਬ ਦੇ ਨੌਜਵਾਨੋ, ਵਧੀਆ ਸਿਹਤ ਬਣਾਓ, ਵਧੀਆ ਹੈਲਥ ਬਣਾਓ, ਆਪਣੇ ਮਾਂ ਬਾਪ ਦਾ ਤੁਸੀਂ ਨਾਂ ਉੱਚਾ ਕਰੋ। ਸ਼੍ਰੋਮਣੀ ਅਕਾਲੀ ਦਲ BSP ਤੁਹਾਡੇ ਨਾਲ ਹੈ। ਤੁਹਾਡੇ ਵਾਸਤੇ ਅਸੀਂ ਆਉਣ ਵਾਲੇ ਸਮੇਂ 'ਚ ਬੜੇ ਵਧੀਆ ਤੁਹਾਨੂੰ ਮੌਕੇ ਦੇਵਾਂਗੇ ਤਾਂ ਕਿ ਤੁਹਾਨੂੰ ਜਿੱਥੇ ਕਿਤੇ ਨੌਕਰੀਆਂ ਵਾਸਤੇ ਨੌਕਰੀਆਂ ਵੀ ਲਾਵਾਂਗੇ। ਹੋਰ ਅਸੀਂ ਕਾਰਖਾਨਿਆਂ ਦੇ ਵਿੱਚ ਵੀ ਤੁਹਾਡੇ ਵਾਸਤੇ ਪੋਸਟਾਂ ਕਰਾਂਗੇ। ਤੁਸੀਂ ਆਪਣੇ ਪਰਿਵਾਰਾਂ ਦਾ ਨਾਂ ਉੱਚਾ ਕਰਨ ਦੀ ਖਾਤਰ ਸਭ ਤੋਂ ਪਹਿਲਾਂ ਆਪਣੀਆਂ ਸਿਹਤਾਂ ਵਧੀਆ ਬਣਾਓ। ਜੇ ਸਿਹਤ ਚੰਗੀ ਆ ਤਾਂ ਹੀ ਬੰਦਾ ਅੱਗੇ ਕੋਈ ਤਰੱਕੀ ਕਰ ਸਕਦਾ, ਸਿਹਤ ਤੇ ਨਹੀਂ ਹੈ ਕੋਈ ਅੱਗੇ ਤਰੱਕੀ ਨਹੀਂ ਕਰ ਸਕਦਾ। ਮੈਂ ਅਗਲੀ ਬੇਨਤੀ ਕਰਾਂਗਾ ਕਿ ਪੰਜਾਬ ਦੇ ਲੋਕੋ, ਜਿਹੜੇ ਵੱਖ-ਵੱਖ ਪਾਰਟੀਆਂ ਦੇ ਲੋਕ, ਚਾਹੇ ਦਿੱਲੀ ਤੋਂ ਕੋਈ ਆਉਂਦਾ, ਚਾਹੇ ਮੌਜੂਦਾ ਕਾਂਗਰਸ ਸਰਕਾਰ ਦੇ ਕੀ ਆਉਂਦੇ ਨੇ, ਇਹਨਾਂ ਦਾ ਠੱਗੀਆਂ ਲਾਉਣੀਆਂ ਨੇ। ਕੋਈ ਗੁਟਕਾ ਸਾਹਿਬ ਹੱਥ 'ਚ ਫੜ ਕੇ ਠੱਗੀ ਲਾਉਣ ਨੂੰ ਫਿਰਦਾ, ਕੋਈ ਦਿੱਲੀ ਵਾਲਾ ਆ ਕੇ ਠੱਗੀ ਲਾਉਣ ਨੂੰ ਫਿਰਦਾ। ਇਹਨਾਂ ਠੱਗਾਂ ਤੋਂ ਬਚੋ। ਕੇਵਲ ਤੇ ਕੇਵਲ ਅਕਾਲੀ ਦਲ BSP ਹੀ ਤੁਹਾਡਾ ਭਲਾ ਕਰ ਸਕਦੀ ਹੈ, ਪੰਜਾਬ ਦੀ ਜਵਾਨੀ ਨੂੰ ਬਚਾ ਸਕਦੀ ਆ। ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਜਿਹੜੇ ਵਾਅਦੇ ਤੁਹਾਡੇ ਨਾਲ ਕਰਾਂਗੇ ਉਹ ਅਸੀਂ ਪੂਰੇ ਕਰਾਂਗੇ।